हेलो एवरीवन वेलकम टू विक्टर्स नॉलेज दिस इज शीनू शर्मा सो आज का ਜਿਹੜਾ ਲੈਕਚਰ ਹੈ ਸਪੈਸ਼ਲੀ ਪੰਜਾਬ ਪੁਲਿਸ ਸਬ ਇੰਸਪੈਕਟਰ ਐਗਜ਼ਾਮ ਦੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲਾ ਬਾਕੀ ਲੀਗਲ ਰੀਜ਼ਨਿੰਗ ਦੇ ਵਿੱਚ ਵੀ ਕਾਫੀ ਸਾਰੇ ਟੌਪਿਕਸ ਨੇ ਜਿਹੜੇ ਕਾਮਨ ਨੇ ਉਹ ਸਾਰੇ ਟੌਪਿਕ ਆਪਾਂ ਨੈਕਸਟ ਲੈਕਚਰ ਵਿੱਚ ਦੇਖਾਂਗੇ ਜਿਹਦੇ ਵਿੱਚ ਆਪਾਂ ਲਾਜ਼ ਐਕਟ ਉਹ ਸਭ ਚੀਜ਼ਾਂ ਦੇਖਣੀਆਂ ਨੇ ਵਿਮਨ ਤੇ ਚਿਲਡਰਨ ਨਾਲ ਰਿਲੇਟਡ ਅੱਜ ਦੇ ਇਸ ਲੈਕਚਰ ਦੇ ਅੰਦਰ ਸਿਰਫ ਔਰ ਸਿਰਫ ਸਬ ਇੰਸਪੈਕਟਰ ਨੂੰ ਟਾਰਗੇਟ ਕਰਕੇ ਹੀ ਮੈਂ ਟੌਪਿਕਸ ਕਵਰ ਕਰਵਾ ਰਹੀ ਹਾਂ ਸੋ ਜਦੋਂ ਵੀ ਆਪਾਂ ਨੇ ਅਵੇਅਰਨੈਸ ਆਫ ਇਸ਼ੂਜ਼ ਵਾਲਾ ਟੌਪਿਕ ਕਰਨਾ ਹੈ ਤਾਂ ਉਹਦੇ ਵਿੱਚ ਮੇਨਲੀ ਆਪਾਂ ਨੇ ਉਹ ਚੀਜ਼ਾਂ ਬਾਰੇ ਪੜ੍ਹਨਾ ਹੈ ਉਹ ਲੋਕਾਂ ਬਾਰੇ ਪੜ੍ਹਨਾ ਹੈ ਜਿਹੜੇ ਕੋਈ ਵਲਨਰੇਬਲ ਗਰੁੱਪ ਨੇ ਭਾਰਤ ਦੇ ਅੰਦਰ। ਹੁਣ ਵਲਨਰੇਬਲ ਗਰੁੱਪ ਕੀ ਹੁੰਦੇ ਨੇ, ਕਿਹੜੀ ਕੈਟਾਗਰੀਜ਼ ਦੇ ਹੁੰਦੇ ਨੇ, ਉਹ ਸਾਰਾ ਕੁਝ ਆਪਾਂ ਦੇਖਾਂਗੇ। ਉਸ ਤੋਂ ਬਾਅਦ ਕਿਹੜੀਆਂ ਸਟੈਚੂਟਰੀ ਬਾਡੀਜ਼ ਭਾਰਤ ਸਰਕਾਰ ਨੇ ਤਿਆਰ ਕੀਤੀਆਂ ਨੇ ਇਹਨਾਂ ਵਲਨਰੇਬਲ ਗਰੁੱਪਸ ਨੂੰ ਪ੍ਰੋਟੈਕਟ ਕਰਨ ਦੇ ਲਈ, ਉਹ ਪੜਾਂਗੇ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਕਿ ਪੇਪਰਸ ਤੁਹਾਨੂੰ ਪਿਛਲੇ ਸਾਲ ਇਹਦੇ ਚੋਂ ਕਿਵੇਂ ਦੇ ਕੁਐਸਚਨ ਆਏ ਸੀ, ਇਸ ਵਾਰ ਕਿਵੇਂ ਦੇ ਆਪਾਂ ਨੇ ਤਿਆਰ ਕਰਨੇ ਨੇ, ਕਿਸ ਲੈਵਲ ਦੇ ਕਿਹੜੀਆਂ ਚੀਜ਼ਾਂ ਨੂੰ ਮੇਨ ਤੁਸੀਂ ਦਿਮਾਗ 'ਚ ਰੱਖ ਕੇ ਤਿਆਰੀ ਕਰਨੀ ਹੈ। ਸੋ ਜਿਵੇਂ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਦੀ, ਅਨਟੱਚੇਬਿਲਿਟੀ ਦਾ ਕਿਹੜਾ ਆਰਟੀਕਲ ਹੈ, ਕੋਈ ਚਿਲਡਰਨ ਦੀ ਪੜ੍ਹਾਈ ਵਾਲੇ ਰਾਈਟਸ ਨੇ ਉਹਨਾਂ ਦਾ ਕਿਹੜਾ ਆਰਟੀਕਲ ਹੈ, ਮਾਈਨੋਰਿਟੀ ਰਾਈਟਸ ਦਾ, ਜਾਂ ਫਿਰ ਬੈਕਵਰਡ ਕਮਿਸ਼ਨ ਹੋ ਗਿਆ ਉਹ ਕਿਹੜੇ ਆਰਟੀਕਲ ਦੇ ਅੰਦਰ ਤਿਆਰ ਕੀਤਾ ਹੋਇਆ ਹੈ। ਤੇ ਐਂਡ ਤੇ ਮੈਂ ਤੁਹਾਨੂੰ ਅੱਜ ਇੱਕ ਲਿਸਟ ਪ੍ਰੋਵਾਈਡ ਕਰਵਾ ਰਹੀ ਹਾਂ ਇੰਪੋਰਟੈਂਟ ਲੈਜਿਸਲੇਸ਼ਨਸ ਦੀ, ਤੇ ਇਹ ਜਿਹੜੀਆਂ ਲੈਜਿਸਲੇਸ਼ਨ ਨੇ, ਲਾਅ ਨੇ, ਐਕਟ ਨੇ, ਜਿਵੇਂ ਜੁਵੀਨਾਈਲ ਐਕਟ ਹੋ ਗਿਆ, ਪੌਕਸੋ ਐਕਟ ਹੋ ਗਿਆ, ਸੈਕਸ਼ੂਅਲ ਹਰਾਸਮੈਂਟ ਐਟ ਵਰਕਪਲੇਸ ਐਕਟ ਹੋ ਗਿਆ, ਡੋਮੈਸਟਿਕ ਵਾਇਲੈਂਸ ਐਕਟ, ਜਿੰਨੇ ਵੀ ਐਕਟ ਪਿਛਲੇ ਸਾਲ ਇਸ ਟੌਪਿਕ ਦੇ ਨਾਲ ਰਿਲੇਟਡ ਆਏ ਸੀ ਵਿਮਨ ਚਿਲਡਰਨ ਨੂੰ ਟਾਰਗੇਟ ਕਰਦੇ ਹੋਏ ਪੇਪਰ 'ਚ, ਉਹ ਸਾਰੇ ਐਕਟਸ ਮੈਂ ਤੁਹਾਨੂੰ ਆਲਰੇਡੀ ਥਿਊਰੀ ਫਾਰਮ ਦੇ ਵਿੱਚ ਪ੍ਰੋਵਾਈਡ ਕਰਵਾ ਚੁੱਕੀ ਹਾਂ ਨੋਟਸ ਦੇ ਵਿੱਚ, ਤੇ ਉਹਨਾਂ ਨੂੰ MCQ ਫਾਰਮ ਦੇ ਵਿੱਚ ਆਪਾਂ ਕੰਪਲੀਟਲੀ ਅਗਲੇ ਲੈਕਚਰ ਦੇ ਅੰਦਰ ਕਵਰ ਕਰਾਂਗੇ। ਸੋ ਨਾਓ ਲੈਟਸ ਗੈਟ ਸਟਾਰਟਡ ਵਿਦ ਆਰ ਟੁਡੇਜ਼ ਇੰਪੋਰਟੈਂਟ ਲੈਕਚਰ। ਸੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਵਲਨਰੇਬਲ ਗਰੁੱਪ ਹੁੰਦਾ ਕੀ ਹੈ। ਜੇ ਆਪਾਂ ਗੱਲ ਕਰੀਏ ਭਾਰਤ ਦੀ ਤਾਂ ਭਾਰਤ ਵਿੱਚ ਬਹੁਤ ਤਰ੍ਹਾਂ ਦੇ ਅਲੱਗ-ਅਲੱਗ ਵਲਨਰੇਬਲ ਗਰੁੱਪਸ ਨੇ। ਵਲਨਰੇਬਲ ਵਰਡ ਦਾ, ਇਸ ਸ਼ਬਦ ਦਾ ਮਤਲਬ ਹੁੰਦਾ ਹੈ ਐਟ ਰਿਸਕ। ਕੋਈ ਵੀ ਇਨਸਾਨ ਕਿਸੇ ਵੀ ਧਰਮ, ਜਾਤੀ ਦਾ, ਕਿਸੇ ਵੀ ਉਮਰ ਦਾ, ਜਦੋਂ ਉਹ ਕਿਸੇ ਰਿਸਕ ਤੇ ਹੁੰਦਾ ਹੈ, ਚਾਹੇ ਉਹ ਰਿਸਕ ਉਹਨੂੰ ਕਿਸੇ ਕਾਸਟ ਕਰਕੇ ਹੋਵੇ, ਕੋਈ ਸੋਸ਼ਲ, ਕੋਈ ਕਾਸਟ ਦੇ ਬੈਕਗ੍ਰਾਉਂਡ ਕਰਕੇ ਹੋਵੇ, ਜਾਂ ਕੋਈ ਇਕਨੋਮਿਕ ਰਿਸਕ ਹੋਵੇ, ਕੋਈ ਫਾਈਨੈਂਸ਼ੀਅਲੀ ਪੂਅਰ ਲੋਕ ਨੇ, ਜਾਂ ਫਿਰ ਆਪਾਂ ਕੋਈ ਫਿਜ਼ੀਕਲ ਰਿਸਕ ਕਹਿ ਦਈਏ, ਮਤਲਬ ਕੋਈ ਡਿਸੇਬਲ ਹੈ, ਅਪਾਹਜ ਹੈ, ਬਾਕੀਆਂ ਨਾਲੋਂ ਅਲੱਗ ਹੈ, ਸੋ ਉਹ ਸਾਰੇ ਪਰਸਨਸ ਹੁੰਦੇ ਨੇ ਐਟ ਰਿਸਕ। ਜਾਂ ਕੋਈ ਆਪਣੀ ਘੱਟ ਉਮਰ ਹੋਣ ਕਰਕੇ ਕਿਸੇ ਵੱਡੇ ਦੀ ਬਰਾਬਰੀ ਨਹੀਂ ਕਰ ਸਕਦਾ, ਜਿਵੇਂ ਚਿਲਡਰਨ, ਉਹਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਵਿਮਨ ਹੋ ਗਈਆਂ। ਸੋ ਇਸ ਟਾਈਪ ਦੇ ਜਿੰਨੇ ਵੀ ਗਰੁੱਪਸ ਨੇ ਜੋ ਰਿਸਕ ਤੇ ਨੇ, ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਰਿਸਕ ਹੋ ਸਕਦਾ ਹੈ, ਸੋਸ਼ਲ, ਇਕਨੋਮਿਕ, ਫਿਜ਼ੀਕਲ, ਐਨੀ ਕਾਈਂਡ ਆਫ ਰਿਸਕ, ਇਹ ਸਾਰੇ ਗਰੁੱਪ ਦੇ ਲੋਕਾਂ ਨੂੰ ਆਪਾਂ ਕਹਿੰਦੇ ਆ ਵਲਨਰੇਬਲ ਗਰੁੱਪ ਆਫ ਪੀਪਲ। ਸੋ ਹੁਣ ਇੱਕ ਵਾਰੀ ਆਪਾਂ ਡੈਫੀਨੇਸ਼ਨ ਪੜ੍ਹ ਲੈਂਦੇ ਆ। Vulnerability refers to inability to withstand the effects of a hostile environment। ਇਹ ਜਿਹਾ ਵਾਤਾਵਰਣ ਹੈ ਕਿਸੇ ਦੇ ਆਲੇ ਦੁਆਲੇ ਜਿਹਦੇ ਅਗੇਂਸਟ ਉਹ ਸਟਰੋਂਗ ਖੜੇ ਨਹੀਂ ਹੋ ਸਕਦੇ, ਮਤਲਬ ਉਹ ਰਿਸਕ ਤੇ ਨੇ, ਉਹ ਵੀਕ ਨੇ। ਵਲਨਰੇਬਲ ਜਾਂ ਇਹਨੂੰ ਆਪਾਂ ਵੀਕਰ ਸੈਕਸ਼ਨ ਆਫ ਸੋਸਾਇਟੀ ਵੀ ਕਹਿ ਦਿੰਦੇ ਆ। ਇਹ ਟਰਮ ਤਾਂ ਆਪਾਂ ਬਹੁਤ ਆਮ ਤੌਰ ਤੇ ਪੜ੍ਹਦੇ ਆ, ਪਰ ਵੀਕਰ ਸੈਕਸ਼ਨ ਦੇ ਵਿੱਚ ਜ਼ਿਆਦਾਤਰ ਸਿਰਫ ਆਪਾਂ ਗਰੀਬ ਲੋਕਾਂ ਦੀ ਜਾਂ ਫਿਰ ਉੱਥੇ ਆਪਾਂ SC ST ਲੋਕਾਂ ਦੀ ਗੱਲ ਕਰਦੇ ਆ, ਪਰ ਵਲਨਰੇਬਲ ਦੇ ਵਿੱਚ 올ਡ ਏਜ ਦੇ ਲੋਕ ਵੀ ਆਉਂਦੇ ਨੇ, ਡਿਸੇਬਲ ਲੋਕ ਵੀ ਆਉਂਦੇ ਨੇ, ਬੱਚੇ ਵੀ ਆਉਂਦੇ ਨੇ, ਔਰਤਾਂ ਵੀ ਆਉਂਦੀਆਂ ਨੇ। ਸੋ ਵਲਨਰੇਬਲ ਟਰਮ ਇੱਕ ਵਾਈਡਰ ਟਰਮ ਹੈ ਵੀਕਰ ਸੈਕਸ਼ਨ ਨਾਲੋਂ। ਭਾਰਤ ਦੇ ਅੰਦਰ ਬਹੁਤ ਸਾਰੇ ਸੋਸ਼ਲ ਇਕਨੋਮਿਕ ਡਿਸਐਡਵਾਂਟੇਜ ਮੈਂਬਰ ਨੇ ਜਿਨ੍ਹਾਂ ਨੂੰ ਹੈਲਥ ਕਰਕੇ ਜਾਂ ਹੋਰ ਕਾਰਨਾਂ ਕਰਕੇ ਬਾਕੀਆਂ ਨਾਲੋਂ ਪਿਛੜੇ ਰਹਿ ਜਾਂਦੇ ਨੇ। ਹੁਣ ਵਲਨਰੇਬਲ ਗਰੁੱਪ ਹੈ ਕੀ, ਕੌਣ-ਕੌਣ ਇਹਦੇ ਚ ਆਉਂਦੇ ਨੇ, ਉਹ ਚੀਜ਼ਾਂ ਨੂੰ ਫਾਈਂਡ ਆਊਟ ਕਰਨਾ ਐਜ਼ ਸੱਚ ਬਹੁਤ ਡਿਫਿਕਲਟ ਹੈ, ਪਰ ਅਲੱਗ-ਅਲੱਗ ਆਰਗੇਨਾਈਜੇਸ਼ਨ ਨੇ ਜਿਹੜੇ ਕੰਮ ਕਰਦੇ ਰਹਿੰਦੇ ਨੇ ਟਾਈਮ ਟੂ ਟਾਈਮ, ਸਪੈਸ਼ਲੀ ਜਿਹੜੀਆਂ ਮੌਜੂਦਾ ਸਰਕਾਰਾਂ ਹੁੰਦੀਆਂ ਨੇ ਕਿਸੇ ਵੀ ਦੇਸ਼ ਦੀਆਂ, ਉਹਨਾਂ ਦਾ ਮੇਨ ਮਕਸਦ ਹੁੰਦਾ ਕਿ ਉਹ ਇਹੋ ਜਿਹੀਆਂ ਪਾਲਿਸੀਆਂ ਲਿਆਉਣ ਕਿ ਵਲਨਰੇਬਲ ਗਰੁੱਪਸ ਨੇ ਜਿਹੜੇ ਵੀਕਰ ਸੈਕਸ਼ਨ ਨੇ ਉਹਨਾਂ ਨੂੰ ਅਪਲਿਫਟ ਕੀਤਾ ਜਾਵੇ। ਸੋ ਜਿਹੜਾ ਆਪਣਾ ਅੱਜ ਦਾ ਲੈਕਚਰ ਹੈ ਇਹਦੇ ਵਿੱਚ ਆਪਾਂ ਕੁਝ ਮੇਨ ਬੇਸਿਕ ਗਰੁੱਪਸ ਬਾਰੇ ਪੜਾਂਗੇ, ਇੰਡੀਵਿਜੂਅਲ ਬਾਰੇ ਪੜਾਂਗੇ ਜਿਨ੍ਹਾਂ ਨੂੰ ਕਿਸੇ ਵੀ ਕਾਰਨਵਸ਼ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ, ਚਾਹੇ ਉਹ ਡਾਇਵਰਸਿਟੀ ਹੋਣ ਕਰਕੇ, ਕਲਚਰ ਦਾ ਡਿਫਰੈਂਸ ਹੈ, ਜਾਂ ਵਲਨਰੇਬਿਲਿਟੀ ਕਰਕੇ। ਇਹ ਟੌਪਿਕ ਹੀ ਆਪਣਾ ਅਵੇਅਰਨੈਸ ਆਫ ਇਸ਼ੂਜ਼ ਇਨਕਲੂਡਿੰਗ
ਕਲਚਰ, ਡਾਈਵਰਸਿਟੀ, ਵਲਨਰੇਬਿਲਿਟੀ ਇਹ ਹੈ। ਸੋ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਕਰਕੇ ਜਦੋਂ ਕਿਸੇ ਇਨਸਾਨ ਨੂੰ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨੂੰ ਵਲਨਰੇਬਿਲਿਟੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਦੇ ਉੱਤੇ ਕੋਈ ਨਾ ਕੋਈ ਸਟਿਗਮਾ ਲੱਗ ਜਾਂਦਾ ਹੈ, ਕੋਈ ਉਹਨੂੰ ਵੀਕਰ ਹੋਣ ਦੇ ਕਾਰਨ ਦਬਾਉਣ ਦੀ ਕੋਸ਼ਿਸ਼ ਕਰਦਾ। ਸੋ ਉਹ ਸਾਰੀਆਂ ਚੀਜ਼ਾਂ ਅੱਜ ਆਪਾਂ ਪੜਾਂਗੇ ਕਿ ਸਰਕਾਰਾਂ ਉਹਦੇ ਲਈ ਕੀ ਕਰ ਰਹੀਆਂ ਨੇ, ਆਪਣੇ ਸੰਵਿਧਾਨ 'ਚ ਉਸ ਟਾਈਪ ਦੇ ਲੋਕਾਂ ਦੇ ਲਈ ਕਿੱਥੇ ਗੱਲ ਹੁੰਦੀ ਹੈ। ਤੇ ਪੇਪਰਸ ਤੁਹਾਨੂੰ ਐਸ ਸੱਚ ਇਹ ਨਹੀਂ ਕਿ ਵਲਨਰੇਬਲ ਗਰੁੱਪ ਦੀ ਕੋਈ ਡੈਫੀਨੇਸ਼ਨ ਆਉਣੀ ਹੈ, ਇਹ ਡੈਫੀਨੇਸ਼ਨ ਤੁਹਾਨੂੰ ਕਰਵਾਉਣ ਦਾ ਮਕਸਦ ਹੈ ਕਿ ਇਸ ਟੌਪਿਕ ਦੇ ਨਾਲ ਤੁਸੀਂ ਫੈਮੀਲੀਅਰ ਹੋ ਜਾਓ, ਤੁਹਾਨੂੰ ਪਤਾ ਹੋਵੇ ਕਿ ਅਸੀਂ ਇਹਦੇ ਅੰਦਰ ਕਵਰ ਕੀ ਕਰਨਾ ਹੈ ਤੇ ਅਸੀਂ ਇਸ ਟੌਪਿਕ ਨੂੰ ਪੜ੍ਹ ਕਿਉਂ ਰਹੇ ਹਾਂ। ਕਿਉਂਕਿ ਜਦੋਂ ਤੁਸੀਂ ਸਬ ਇੰਸਪੈਕਟਰ ਦੀ ਜੌਬ ਨੂੰ ਜੁਆਇਨ ਕਰੋਗੇ ਤਾਂ ਤੁਹਾਡੇ ਸਾਹਮਣੇ ਡੇਲੀ ਬੇਸਿਸ ਤੇ ਇਸੇ ਟਾਈਪ ਦੇ ਲੋਕ ਜ਼ਿਆਦਾਤਰ ਆਉਣਗੇ। ਸੋ ਉਹਨਾਂ ਦੀ ਹੈਲਪ ਕਿਵੇਂ ਕਰਨੀ ਹੈ, ਕਿਹੜੀਆਂ ਚੀਜ਼ਾਂ ਦੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਇਹ ਸਭ ਚੀਜ਼ਾਂ ਦੇ ਲਈ ਇਸ ਟੌਪਿਕ ਨੂੰ ਸਿਲੇਬਸ ਦੇ ਵਿੱਚ ਐਡ ਕੀਤਾ ਗਿਆ। ਵਲਨਰੇਬਲ ਗਰੁੱਪ ਜਿਹੜੇ ਡਿਸਕ੍ਰਿਮੀਨੇਸ਼ਨ ਭੇਦਭਾਵ ਫੇਸ ਕਰਦੇ ਨੇ, ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦੀਆਂ ਨੇ ਔਰਤਾਂ, ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ, ਬੱਚੇ, ਵੱਡੀ ਉਮਰ ਦੇ ਬਜ਼ੁਰਗ ਹੋ ਗਏ, ਏਜਡ 올ਡ ਏਜ ਪੀਪਲ ਹੋ ਗਏ, ਪੂਅਰ ਮਾਈਗ੍ਰੈਂਟ ਹੋ ਗਏ, ਡਿਸੇਬਲਡ ਹੋ ਗਏ, ਪੀਪਲ ਜਿਨ੍ਹਾਂ ਨੂੰ HIV ਏਡਸ ਇਸ ਟਾਈਪ ਦੀਆਂ ਬਿਮਾਰੀਆਂ ਨੇ, ਉਹਨਾਂ ਨੂੰ ਸੋਸ਼ਲੀ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੈਕਸ਼ੂਅਲ ਮਾਈਨੋਰਿਟੀਜ਼ ਹੋ ਗਈਆਂ। Sometimes each group face multiple barrier due to their multiple identity। ਹੁਣ ਆਪਾਂ ਅਲੱਗ-ਅਲੱਗ ਕੈਟਾਗਰੀਜ਼ ਦੇ ਅਕੋਰਡਿੰਗ ਪੜਾਂਗੇ। ਸਭ ਤੋਂ ਪਹਿਲਾਂ ਉਹ ਵਲਨਰੇਬਲ ਗਰੁੱਪ ਜਿਨ੍ਹਾਂ ਨੂੰ ਸਟਰਕਚਰਲ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਸਟਰਕਚਰ ਦਾ ਮਤਲਬ ਹੈ ਕਿ ਕੋਈ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਤੇ ਉਹ ਇੱਕ ਡੋਮੀਨੈਂਟ ਗਰੁੱਪ ਦੇ ਨੀਚੇ ਦਬੇ ਹੋਏ ਸਬਆਰਡੀਨੇਟ ਗਰੁੱਪ ਦੀ ਤਰ੍ਹਾਂ ਸੁਸਾਇਟੀ 'ਚ ਰਹਿ ਰਹੇ ਨੇ। ਇਹਦੇ ਵਿੱਚ ਆਉਂਦੀਆਂ ਨੇ ਮਹਿਲਾਵਾਂ, ਸ਼ਡਿਊਲ ਕਾਸਟ ਦੇ ਲੋਕ, women, scheduled caste, then Dalits and scheduled tribe। So structural norms are attached to different relationship between subordinate and dominant group in every society। ਜਿਹੜਾ ਗਰੁੱਪ ਦਾ ਸਟੇਟਸ ਹੁੰਦਾ ਹੈ, ਮੰਨ ਲਓ ਉਹਨੂੰ ਜਾਂ ਤਾਂ ਜੈਂਡਰ ਦੇ ਆਧਾਰ ਉੱਤੇ ਡਿਟਰਮਿਨ ਕੀਤਾ ਜਾਂਦਾ ਹੈ, ਐਥਨਿਕ origin ਤੇ, ਸਕਿਨ ਕਲਰ ਤੇ। Norms act as a structural barrier giving rise to various form of inequality। ਹੁਣ ਜਿੰਨੀ ਵੀ ਸਟਰਕਚਰਲ ਡਿਸਕ੍ਰਿਮੀਨੇਸ਼ਨ ਹੈ, ਇਹ ਕਿਸੇ ਵੀ ਕਾਰਨ ਪਿੱਛੇ ਕੀਤੀ ਜਾ ਸਕਦੀ ਹੈ। ਕੁਝ ਲੋਕ ਨੇ ਜਿਨ੍ਹਾਂ ਨੂੰ ਵਧੀਆ ਪੜ੍ਹਾਈ ਨਹੀਂ ਮਿਲਦੀ, ਉਹ ਪਿੱਛੇ ਰਹਿ ਜਾਂਦੇ ਨੇ, ਜੌਬ ਓਪਰਚੁਨਿਟੀਜ਼ ਨਹੀਂ ਮਿਲਦੀਆਂ, ਉਹਨਾਂ ਨੂੰ ਫਾਈਨੈਂਸ਼ੀਅਲ ਡਿਸਕ੍ਰਿਮੀਨੇਸ਼ਨ ਆਉਂਦੀਆਂ ਨੇ। ਲੋ ਪੇਡ ਵੇਜਿਸ ਵਾਲੇ ਜਿਹੜੇ ਲੋਕ ਨੇ, ਅਨਆਰਗੇਨਾਈਜ਼ਡ ਲੇਬਰ ਕਲਾਸ ਹੈ, ਉਹਨਾਂ ਦੇ ਉੱਤੇ ਇੱਕ ਅਮੀਰ ਵਰਗ ਦੇ ਲੋਕ ਹਮੇਸ਼ਾ ਡੋਮੀਨੈਂਟ ਗਰੁੱਪ ਦੀ ਤਰ੍ਹਾਂ ਰਹਿੰਦੇ ਨੇ ਤੇ ਟਾਈਮ ਟੂ ਟਾਈਮ ਉਹਨਾਂ ਨੂੰ ਦਬਾਅ ਦਾ, ਡਿਸਕ੍ਰਿਮੀਨੇਸ਼ਨ ਦਾ, ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਸਟਰਕਚਰਲ ਡਿਸਕ੍ਰਿਮੀਨੇਸ਼ਨ ਦੇ ਇਹ ਸਾਰੇ ਕਾਰਨ ਹੋ ਸਕਦੇ ਨੇ। ਅਗਲਾ ਗਰੁੱਪ ਹੈ ਜਿਹੜਾ ਰਿਸਕ ਤੇ ਹੁੰਦਾ, ਚਿਲਡਰਨ ਤੇ 올ਡ ਏਜ ਦਾ। ਚਿਲਡਰਨ ਤੇ ਐਲਡਰਲੀ ਪੀਪਲ ਅਲੱਗ-ਅਲੱਗ ਤਰ੍ਹਾਂ ਦੀ ਵਲਨਰੇਬਿਲਿਟੀ ਫੇਸ ਕਰਦੇ ਨੇ। ਕਾਫੀ ਸਾਰੇ ਗਰੀਬ ਲੋਕ ਨੇ ਜਿਹੜੇ, ਉਹਨਾਂ ਨੂੰ ਆਪਣੀ ਗਰੀਬੀ ਕਰਕੇ ਪਹਿਲਾਂ ਹੀ ਬੱਚਿਆਂ ਦੀ ਪੈਦਾ ਹੁੰਦੇ ਹੀ ਡੈਥ ਹੋ ਜਾਂਦੀ ਹੈ, ਕਿਉਂਕਿ ਮਦਰਸ ਵਗੈਰਾ ਨੂੰ ਇੰਨੀ ਵਧੀਆ ਡਾਈਟ ਨਹੀਂ ਪ੍ਰੋਵਾਈਡ ਕਰਵਾ ਸਕਦੇ ਨਾ ਬੱਚਿਆਂ ਨੂੰ, ਜਾਂ ਫਿਰ ਹੈਲਥ ਕੇਅਰ ਫੈਸਿਲਿਟੀ ਉਹ ਲੈ ਨਹੀਂ ਸਕਦੇ। 올ਡ ਏਜ ਵਿੱਚ ਜਾ ਕੇ ਵੀ ਉਹਨਾਂ ਨੂੰ ਪ੍ਰੋਪਰ ਫੈਸਿਲਿਟੀਜ਼ ਨਹੀਂ ਮਿਲਦੀਆਂ ਹੈਲਥ ਕੇਅਰ ਦੀਆਂ। ਜਿੰਨੇ ਵੀ ਇਹ ਕਾਰਨ ਨੇ ਇਹ ਵਲਨਰੇਬਿਲਿਟੀ ਦੇ ਚਿਲਡਰਨ ਤੇ ਏਜ ਦੇ ਵਿੱਚ, ਇਹਨਾਂ ਦਾ ਮੇਨ ਜਿਹੜਾ ਲਿੰਕ ਹੈ ਉਹ ਪੋਵਰਟੀ ਦੇ ਨਾਲ ਰਿਲੇਟਡ ਹੈ। ਸੋ ਇਹਨਾਂ ਨੂੰ ਸਹੀ ਤਰੀਕੇ ਦਾ ਹੈਲਥ ਕੇਅਰ ਨਹੀਂ ਮਿਲਦਾ, এনवायरमेंट ਨਹੀਂ ਮਿਲਦਾ ਗਰੋਥ ਦੇ ਲਈ, ਪ੍ਰੋਪਰ ਪੜ੍ਹਾਈ ਨਹੀਂ ਹੁੰਦੀ, ਜਾਗਰੂਕਤਾ ਨਹੀਂ ਹੁੰਦੀ, ਅਵੇਅਰਨੈਸ ਨਹੀਂ ਹੁੰਦੀ, ਉਹਨਾਂ ਨੂੰ ਆਪਣੇ ਰਾਈਟਸ ਦਾ ਨਹੀਂ ਪਤਾ। ਮਾਲ ਨਿਊਟ੍ਰੀਸ਼ਨ ਤੇ ਕ੍ਰੋਨਿਕ ਹੰਗਰ ਇਹ ਦੋ ਮੇਨ ਕਾਰਨ ਬਣਦੇ ਨੇ ਜੋ ਡੈਥਸ ਹੁੰਦੀਆਂ ਨੇ ਪੂਅਰ ਫੈਮਿਲੀ ਦੇ ਬੱਚਿਆਂ ਦੀ। ਬਾਕੀ ਮੇਨ ਬੱਚਿਆਂ ਦੇ ਵਿੱਚ ਬਿਮਾਰੀਆਂ ਵੀ ਕਾਫੀ ਹੁੰਦੀਆਂ ਨੇ, ਜਿਵੇਂ ਡਾਇਰੀਆ, ਰੈਸਪੀਰੇਟਰੀ ਡਿਸੀਜ਼ਸ ਹੋ ਗਿਆ, ਮਲੇਰੀਆ, ਮੀਜ਼ਲ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਡਿਸਏਬਿਲਿਟੀ ਦੇ ਕਾਰਨ ਜਿਹੜੀ ਵਲਨਰੇਬਿਲਿਟੀ ਹੁੰਦੀ ਹੈ, ਹੁਣ ਜਿਹੜੇ ਕੋਈ ਅਪਾਹਜ ਲੋਕ ਨੇ, ਚਾਹੇ ਕੋਈ ਪਰਮਾਨੈਂਟ ਡਿਸੇਬਲ ਹੈ, ਟੈਂਪਰੇਰੀ ਡਿਸੇਬਲ ਹੈ, ਆਪਾਂ ਆਮ ਤੌਰ ਤੇ ਵੀ ਦੇਖਦੇ ਹਾਂ ਕਿ ਉਹਨਾਂ ਨੂੰ ਕਾਫੀ ਲੋਕ ਨੇ ਜਿਹੜੇ ਹਜੇ ਵੀ ਇੱਕ ਅਲੱਗ ਨਜ਼ਰ ਨਾਲ ਦੇਖਦੇ ਨੇ, ਕਮਜ਼ੋਰ ਸਮਝਦੇ ਨੇ। ਸੋ ਇਹ ਉਹਨਾਂ ਨੂੰ ਕਿਤੇ ਇੰਪਲੋਇਮੈਂਟ ਲੈਣੀ ਹੈ, ਕਿਤੇ ਪੜ੍ਹਾਈ ਕਰਨੀ ਹੈ, ਕੋਈ ਹੋਰ ਸੋਸ਼ਲ ਇਕਨੋਮਿਕ ਅਪੋਰਚੁਨਿਟੀ ਹੈ, ਹਰ ਕਿਤੇ ਹਰ ਕਦਮ ਤੇ ਉਹਨਾਂ ਨੂੰ ਡਿਫਿਕਲਟੀਜ਼ ਦਾ ਸਾਹਮਣਾ ਕਰਨਾ ਪੈਂਦਾ ਹੈ, ਭੇਦਭਾਵ ਉਹਨਾਂ ਦੇ ਨਾਲ ਹੁੰਦਾ ਹੈ। ਨੈਕਸਟ ਹੈ ਮਾਈਗ੍ਰੇਸ਼ਨ ਕਰਕੇ ਵਲਨਰੇਬਿਲਿਟੀ। ਹੁਣ ਆਪਾਂ ਕਹਿ ਤਾਂ ਦਿੰਦੇ ਹਾਂ ਕਿ ਆਪਣਾ ਜਿਹੜਾ ਦੇਸ਼ ਹੈ, ਭਾਰਤ ਹੈ, ਯੂਨਿਟੀ ਇਨ ਡਾਇਵਰਸਿਟੀ ਹੈ, ਕਲਚਰ ਆਪਣਾ ਬਹੁਤ ਵਧੀਆ ਹੈ, ਆਪਾਂ ਇੱਕ ਦੂਜੇ ਨੂੰ ਵਧੀਆ ਤਰੀਕੇ ਨਾਲ ਗ੍ਰੀਟ ਕਰਦੇ ਹਾਂ, ਪਰ ਕਿਤੇ ਨਾ ਕਿਤੇ ਜਿਹੜੇ ਪੂਅਰ ਮਾਈਗ੍ਰੈਂਟ ਲੇਬਰਸ ਨੇ, ਜਿਹੜੇ ਅਨਸਕਿਲਡ ਮਾਈਗ੍ਰੈਂਟ ਲੇਬਰਸ ਨੇ, ਉਹਨਾਂ ਨੂੰ ਬਹੁਤ ਵਾਰੀ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਹ
ਇੱਕ ਸਟੇਟ ਤੋਂ ਦੂਜੀ ਸਟੇਟ ਜਾਂਦੇ ਨੇ। ਆਪਾਂ ਆਪਣੇ ਉੱਤੇ ਲਗਾ ਲਓ, ਜਦੋਂ ਪੰਜਾਬ ਦੇ ਅੰਦਰ ਕੋਈ ਬਿਹਾਰ ਤੋਂ, ਯੂਪੀ ਤੋਂ, ਕਿਸੇ ਵੀ ਸਟੇਟ ਤੋਂ ਕੋਈ ਮਾਈਗ੍ਰੈਂਟ ਲੇਬਰਰਸ ਆਉਂਦੇ ਨੇ ਤਾਂ ਬਹੁਤ ਵਾਰੀ ਮੈਜੋਰਿਟੀ ਪੋਪੂਲੇਸ਼ਨ ਉਹਨਾਂ ਨੂੰ ਆਪਣੇ ਤੋਂ ਵੀਕ ਸਮਝਦੀ ਹੈ, ਆਪਣੇ ਤੋਂ ਉਹਨਾਂ ਨੂੰ ਕਲਾਸ ਦੇ ਵਿੱਚ ਇੱਕ ਉਹਨਾਂ ਨੂੰ ਅਲੱਗ ਤੋਂ ਟੈਗਲਾਈਨ ਦਿੱਤੀ ਹੋਈ ਹੈ ਕਿ ਸਾਡੇ ਨਾਲ ਉਹਨਾਂ ਦੀ ਕਲਾਸ ਨੀਚੇ ਹੈ। ਸੋ ਇਸ ਟਾਈਪ ਦੀਆਂ ਜਦੋਂ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਉਹਨਾਂ ਤੇ ਆਪਾਂ ਇੱਕ ਸਟੇਟਸ ਥੋਪ ਦਿੰਨੇ ਆ, ਉਹਨਾਂ ਦੇ ਉੱਤੇ ਆਪਾਂ ਇੱਕ ਡੋਮੀਨੈਂਸ ਰੱਖਦੇ ਆ ਆਪਣੀ, ਤਾਂ ਉਸ ਚੀਜ਼ ਦੇ ਨਾਲ ਵੀ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਹੈ, ਭੇਦਭਾਵ ਹੁੰਦਾ ਹੈ। ਸੋ ਇਹਦਾ ਮਤਲਬ ਹੈ ਕਿ ਦੂਜੀ ਸਟੇਟ ਵਿੱਚ ਜਦੋਂ ਕੋਈ ਮਾਈਗ੍ਰੇਟ ਲੇਬਰ ਜਾਂਦਾ ਹੈ ਤਾਂ ਉਹ ਵੀ ਇੱਕ ਵਰਨਰੇਬਲ ਰਿਸਕ ਦੀ ਪੋਜੀਸ਼ਨ ਦੇ ਹੁੰਦੇ ਨੇ। ਹਰ ਜਗ੍ਹਾ ਦੇ ਉੱਤੇ ਉਹਨਾਂ ਨੂੰ, ਚਾਹੇ ਕੋਈ ਜੌਬ ਅਪੋਰਚੁਨਿਟੀਜ਼ ਹੈ, ਕੋਈ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਗੱਲ ਆਉਂਦੀ ਹੈ, ਹੈਲਥ ਕੇਅਰ ਦੀ ਗੱਲ ਆਉਂਦੀ ਹੈ, ਜਿਹੜੀ ਉਹ ਸਟੇਟ ਹੈ ਉੱਥੋਂ ਦੀ ਪੋਪੂਲੇਸ਼ਨ ਉਹਨਾਂ ਨੂੰ ਇਹ ਸਮਝਦੀ ਹੈ ਕਿ ਪਹਿਲਾਂ ਸਾਡੀ ਪ੍ਰਾਇੋਰਟੀ ਹੈ ਹਰ ਚੀਜ਼ ਉੱਤੇ, ਉਸ ਤੋਂ ਬਾਅਦ ਇਹ ਮਾਈਗ੍ਰੈਂਟ ਲੇਬਰਸ ਦੀ ਹੈ। ਸੋ ਜਿਹਦੇ ਕਰਕੇ ਕਈ ਵਾਰੀ ਉਹ ਬਹੁਤ ਪਿੱਛੇ ਰਹਿ ਜਾਂਦੇ ਨੇ, ਉਹਨਾਂ ਨੂੰ ਕਾਫੀ ਸਾਰੇ ਕ੍ਰਾਈਮਸ ਦਾ ਵਿਕਟਿਮ ਵੀ ਹੋਣਾ ਪੈਂਦਾ ਹੈ। ਨੈਕਸਟ ਹੈ ਵਲਨਰੇਬਿਲਿਟੀ ਡਿਊ ਟੂ ਸਟਿਗਮਾ ਐਂਡ ਡਿਸਕ੍ਰਿਮੀਨੇਸ਼ਨ। ਉਹ ਲੋਕ ਜਿਹੜੇ ਕਿਸੇ ਸੈਕਸ਼ੂਅਲ ਮਾਈਨੋਰਿਟੀਜ਼ ਦੇ ਨਾਲ ਰਿਲੇਟਡ ਨੇ ਜਾਂ ਫਿਰ ਜਿਹੜੇ HIV ਏਡਸ ਇਸ ਟਾਈਪ ਦੀਆਂ ਬਿਮਾਰੀਆਂ ਤੋਂ ਪੀੜਿਤ ਨੇ। ਹੁਣ ਇਹਨਾਂ ਲੋਕਾਂ ਨੂੰ ਜਿਹੜੇ ਸੁਸਾਇਟੀ ਹੈ ਅਲੱਗ ਨਜ਼ਰ ਨਾਲ ਦੇਖਦੀ ਹੈ, ਇਹਨਾਂ ਨੂੰ ਜੱਜ ਕਰਦੇ ਨੇ ਲੋਕ, ਆਪਣਾ ਹੀ ਇੱਕ ਐਟੀਟਿਊਡ ਬਣਾ ਲੈਂਦੇ ਨੇ। ਲੋਕ ਸੋਚਦੇ ਨੇ ਕਿ ਜੇ ਕੋਈ HIV ਏਡਸ ਪੋਜ਼ਿਟਿਵ ਹੈ ਤਾਂ ਉਹਨੂੰ ਆਪਾਂ ਆਪਣੇ ਬਿਲਕੁਲ ਕੋਲ ਨਾ ਬੈਠਣ ਦਈਏ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਬਿਮਾਰੀਆਂ ਕਿਵੇਂ ਹੁੰਦੀਆਂ ਨੇ, ਇਹ ਕਮਿਊਨੀਕੇਬਲ ਨੇ, ਨਾਨ ਕਮਿਊਨੀਕੇਬਲ ਨੇ। ਈਵਨ ਜਿਹੜੇ HIV ਏਡਸ ਤੋਂ ਪੀੜਿਤ ਲੋਕ ਨੇ, ਉਹਨਾਂ ਨੂੰ ਉਹਨਾਂ ਦੇ ਪਰਿਵਾਰ ਤੋਂ, ਕਲੋਜ਼ ਰਿਲੇਟਿਵਸ ਤੋਂ ਵੀ ਕਾਫੀ ਵਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਵੀ ਟਾਈਮ ਤੇ ਉਹਨਾਂ ਦੀ ਸਪੋਰਟ ਨਹੀਂ ਕਰਦੇ। ਸੋ ਕਾਫੀ ਵਾਰੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ। Stigma is the greatest barrier of health and healthcare in their context. Negative response ਤੇ attitude ਦਾ ਸਾਹਮਣਾ ਕਰਨਾ ਪੈਂਦਾ ਹੈ society ਤੋਂ। Rights of people living with HIV AIDS are violated when they are denied access to health education services. ਸੋ ਹੁਣ ਆਪਾਂ ਨੇ ਵੈਸੇ ਮੇਨ ਜਿਹੜਾ ਡੀਪ ਥਿਊਰੀ ਹੈ ਉਹ ਦੇਖ ਲਈ, ਕਨਸੈਪਟ ਸਮਝ ਲਿਆ। ਸੋ ਸਿੰਪਲ ਸ਼ਬਦਾਂ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਵਰਨਰੇਬਲ ਉਹ ਇਨਸਾਨ ਹੈ ਜਿਹਨੂੰ ਕਿਸੇ ਵੀ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ, ਭੇਦਭਾਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕੋਈ ਨੁਕਸਾਨ ਜਿਹਨੂੰ ਪਹੁੰਚਾਇਆ ਜਾ ਸਕਦਾ ਹੈ, ਅਟੈਕ ਕੀਤਾ ਜਾ ਸਕਦਾ ਹੈ, ਜੋ ਬਾਕੀਆਂ ਦੇ ਕੰਪੈਰੀਟਿਵਲੀ ਇੱਕ ਸੁਸਾਇਟੀ ਵਿੱਚ ਵੀਕਰ ਸੈਕਸ਼ਨ ਚ ਆਉਂਦਾ, ਜਾਂ ਜਿਹਨੂੰ ਫਿਜ਼ੀਕਲੀ ਇਮੋਸ਼ਨਲੀ ਤੰਗ ਪਰੇਸ਼ਾਨ ਕਰਨਾ ਸੌਖਾ ਹੈ, ਜਿਵੇਂ ਇੱਕ ਬੱਚਾ ਹੋ ਗਿਆ, ਕੋਈ ਔਰਤ ਹੋ ਗਈ, ਬਜ਼ੁਰਗ ਹੋ ਗਿਆ। ਸੋ ਟੂ ਕਨਕਲੂਡ, ਵਲਨਰੇਬਲ ਸੈਕਸ਼ਨ ਹੁਣ ਜੇ ਆਪਾਂ ਇੱਕ ਮੋਟਾ ਕੈਟੇਗਰਾਈਜ਼ ਕਰਨਾ ਹੋਵੇ, ਲਿਸਟ ਤਿਆਰ ਕਰਨੀ ਹੋਵੇ ਕਿ ਵਲਨਰੇਬਲ ਸੈਕਸ਼ਨ ਚ ਕੌਣ ਆਊਗਾ, ਤਾਂ ਉਹਦੇ ਚ ਆਪਾਂ ਇੱਕ ਵਾਰੀ ਪੜ੍ਹ ਲੈਂਦੇ ਆ। ਵਿਮਨ, children, OBC, SC, ST, minority, differently abled, senior citizen, victim of substance abuse, unhealthy ਲੋਕ, illiterate, unorganized worker, poor migrant, people living with HIV AIDS, ਸੈਕਸ਼ੂਅਲ ਮਾਈਨੋਰਿਟੀ ਜਿਹੜੇ LGBTs ਨੇ, ਟਰਾਂਸਜੈਂਡਰਸ ਨੇ, ਉਹਨਾਂ ਨੂੰ ਵੀ ਲੋਕ ਬਹੁਤ ਹੀ ਜ਼ਿਆਦਾ ਡਿਸਕ੍ਰਿਮੀਨੇਟ ਕਰਕੇ ਹਮੇਸ਼ਾ ਰੱਖਦੇ ਨੇ, ਪੂਅਰ ਇਨ ਜਨਰਲ। ਸੋ ਇਹ ਜਿੰਨੀ ਵੀ ਲਿਸਟ ਹੈ ਆਪਾਂ ਨੇ ਪਿੱਛੇ ਜੋ 5 ਅਲੱਗ-ਅਲੱਗ ਕੈਟੇਗਰੀਜ਼ ਪੜ੍ਹੀਆਂ ਨੇ ਉਹਨਾਂ ਦੇ ਵਿੱਚੋਂ ਹੀ ਕੱਢ ਕੇ ਇੱਕ ਫਾਈਨਲ ਕਨਕਲੂਡ ਤਿਆਰ ਕਰ ਲਿਆ, ਇੱਕ ਆਪਾਂ ਨੇ ਲਿਸਟ ਤਿਆਰ ਕਰ ਲਈ। ਸੋ ਨਾਓ ਵੀ ਆਰ ਫੈਮੀਲੀਅਰ ਵਿਦ ਹੂ ਆਰ ਵਲਨਰੇਬਲ ਗਰੁੱਪ। ਆਪਾਂ ਨੂੰ ਜਾਗਰੂਕਤਾ ਹੋਗੀ, ਅਵੇਅਰਨੈਸ ਹੋਗੀ ਕਿ ਵਲਨਰੇਬਲ ਗਰੁੱਪਸ ਨੂੰ ਕਿਸ ਤਰ੍ਹਾਂ ਦੇ ਇਸ਼ੂਜ਼ ਆਉਂਦੇ ਨੇ। ਉਹਨਾਂ ਦੀ ਜਦੋਂ ਆਪਾਂ ਡਾਇਵਰਸਿਟੀ ਦੀ ਗੱਲ ਕਰਦੇ ਆ, ਕਲਚਰ ਦੀ ਗੱਲ ਕਰਦੇ ਆ, ਆਪਾਂ ਕਿਵੇਂ ਉਹਨਾਂ ਦੇ ਨਾਲ ਭੇਦਭਾਵ ਨਹੀਂ ਕਰਨਾ, ਜਿਹੜੀ ਉਹਨਾਂ ਨੂੰ ਵਲਨਰੇਬਿਲਿਟੀ ਹੋਣ ਦੇ ਕਰਕੇ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਚੀਜ਼ ਤੋਂ ਆਪਾਂ ਨੇ ਉਹਨਾਂ ਨੂੰ ਕਿਵੇਂ ਬਚਾਉਣਾ ਐਜ਼ ਅ ਸੋਸਾਇਟੀ, ਐਜ਼ ਅ ਪੀਪਲ ਆਫ ਇੰਡੀਆ, ਸਿਟੀਜ਼ਨ ਆਫ ਇੰਡੀਆ। ਸੋ ਉਹਦੇ ਲਈ ਅਲੱਗ-ਅਲੱਗ ਮੈਕੈਨਿਜ਼ਮ ਦੇਸ਼ ਦੀ ਸਰਕਾਰ ਨੇ ਹੀ ਤੈਅ ਕੀਤੇ ਹੋਏ ਨੇ, ਦੇਸ਼ ਦੇ ਸੰਵਿਧਾਨ ਨੇ ਤੈਅ ਕੀਤੇ ਨੇ। ਸਭ ਤੋਂ ਪਹਿਲਾਂ ਸੰਵਿਧਾਨ ਹੈ ਜਿਹੜਾ ਕਨਸਟੀਟਿਊਸ਼ਨ, ਉਹਦੇ ਵਿੱਚ ਅਲੱਗ-ਅਲੱਗ ਡਾਇਰੈਕਟ ਪ੍ਰੋਵੀਜ਼ਨਸ ਨੇ ਜਿਹੜੀਆਂ ਹਰ ਤਰ੍ਹਾਂ ਦੇ ਵਲਨਰੇਬਲ ਗਰੁੱਪ ਨੂੰ ਪ੍ਰੋਟੈਕਟ ਕਰਦੀਆਂ, ਮੇਕ ਸ਼ੋਰ ਕਰਦੀਆਂ ਕਿ ਹਰ ਤਰ੍ਹਾਂ ਦਾ ਜਿਹੜਾ ਵਲਨਰੇਬਲ ਸੈਕਸ਼ਨ ਦਾ ਇਨਸਾਨ ਹੈ, ਉਹਦੇ ਜਿਹੜੇ ਬੇਸਿਕ ਫੰਡਾਮੈਂਟਲ ਰਾਈਟ ਨੇ ਉਹ ਵਾਇਲੇਟ ਨਾ ਹੋਣ, ਕਿਸੇ ਵੀ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਾ ਹੋਵੇ, ਕੋਈ ਇੱਕ ਇਨਸਾਨ ਦੂਜੇ ਇਨਸਾਨ ਨਾਲ ਭੇਦਭਾਵ ਨਾ ਕਰੇ। ਸੋ ਉਹਦੇ ਲਈ ਪ੍ਰੋਪਰ ਇੰਟਰਸਟ ਨੂੰ ਸੇਫਗਾਰਡ ਕਰਨ ਦੇ ਲਈ ਸੰਵਿਧਾਨ ਦੇ ਅੰਦਰ ਪ੍ਰੋਵੀਜ਼ਨਸ ਨੇ। ਸਭ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਚੀਜ਼ ਹੈ ਇਹੀ, ਪੇਪਰ 'ਚ ਡਾਇਰੈਕਟਲੀ ਵਲਨਰੇਬਲ ਸੈਕਸ਼ਨਸ ਦੇ ਨਾਲ ਰਿਲੇਟਡ ਇਸ ਟੌਪਿਕ 'ਚੋਂ MCQ ਆਉਂਦੇ ਨੇ ਆਰਟੀਕਲ ਉੱਤੇ,
ਜਿਵੇਂ ਅਨਟਚੇਬਿਲਿਟੀ ਨਾਲ ਰਿਲੇਟਡ ਕਿਹੜਾ ਆਰਟੀਕਲ ਹੈ, ਦੈਨ ਰਾਈਟਸ ਆਫ ਚਿਲਡਰਨ ਨਾਲ ਕਿਹੜਾ ਆਰਟੀਕਲ ਹੈ, 올ਡ ਏਜ, ਮਾਈਨੋਰਿਟੀ, ਐਜੂਕੇਸ਼ਨ ਇੰਸਟੀਟਿਊਸ਼ਨ। ਸੋ ਇਹ ਸਾਰੇ ਆਰਟੀਕਲਸ ਆਪਾਂ ਨੇ ਕਰਨੇ ਨੇ ਕਵਰ। ਉਸ ਤੋਂ ਬਾਅਦ ਲੈਜਿਸਲੇਚਰ ਅਲੱਗ-ਅਲੱਗ ਬਿਲਸ ਲੈ ਕੇ ਆਉਂਦੇ ਆ ਤੇ ਉਹ ਬਿਲਸ ਫਾਈਨਲੀ ਐਕਟ ਦਾ ਰੂਪ ਧਾਰਨ ਕਰਦੇ ਨੇ। ਜਿਵੇਂ SC ST ਦੇ ਨਾਲ ਕੋਈ ਭੇਦਭਾਵ ਨਾ ਕਰੇ, ਉਹਦੇ ਲਈ 1989 ਦਾ ਐਟਰੋਸਿਟੀਜ਼ ਦਾ ਐਕਟ ਹੈ। ਵਿਮਨ ਦੇ ਨਾਲ ਕੋਈ ਭੇਦਭਾਵ ਨਾ ਕਰੇ, ਕੋਈ ਛੇੜਛਾੜ ਨਾ ਕਰੇ, ਸੈਕਸ਼ੂਅਲ ਹਰਾਸਮੈਂਟ ਨਾ ਕਰੇ, ਉਹਦਾ ਐਕਟ ਹੈ। ਜੁਵੀਨਾਈਲ ਆਫੈਂਡਰਸ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਦਾ ਐਕਟ ਹੈ, ਜੁਵੀਨਾਈਲ ਜਸਟਿਸ ਐਕਟ ਹੈ ਬੱਚਿਆਂ ਦੇ ਲਈ। ਸੋ ਹਰ ਤਰ੍ਹਾਂ ਦੇ ਅਲੱਗ-ਅਲੱਗ ਲੈਵਲ ਤੇ ਲਾਜ਼ ਬਣੇ ਹੋਏ ਨੇ, ਜਿਹੜੇ ਲਾਜ਼ ਲੈਜਿਸਲੇਚਰ ਨੇ ਬਣਾਏ ਨੇ। ਫਿਰ ਹੈ ਐਗਜ਼ੈਕਟਿਵ, ਬਹੁਤ ਸਾਰੀਆਂ ਅਲੱਗ-ਅਲੱਗ ਮਿਨਿਸਟਰੀਆਂ ਨੇ, ਜਿਵੇਂ ਆਪਾਂ ਟਾਈਮ ਟੂ ਟਾਈਮ ਸੁਣਦੇ ਰਹਿੰਦੇ ਆ, ਨੈਸ਼ਨਲ ਕਮਿਸ਼ਨ ਬਣੇ ਹੋਏ ਨੇ ਬੈਕਵਰਡ ਕਲਾਸ ਲਈ, SCs ਦੇ ਲਈ ਵਿਮਨ ਦਾ ਕਮਿਸ਼ਨ ਹੈ, ਬੱਚਿਆਂ ਦੀਆਂ ਮਿਨਿਸਟਰੀਆਂ ਨੇ, ਸੈਂਟਰ ਤੇ ਸਟੇਟ ਲੈਵਲ ਦੀਆਂ ਉਹ ਕੰਮ ਕਰਦੀਆਂ ਨੇ। ਜੁਡੀਸ਼ਰੀ ਟਾਈਮ ਟੂ ਟਾਈਮ ਲੈਂਡਮਾਰਕ ਡਿਸੀਜਨ ਦਿੰਦੀ ਰਹਿੰਦੀ ਹੈ in order to protect the interest of vulnerable section। ਬੱਚਿਆਂ ਦੇ ਰਾਈਟਸ ਜੇ ਕਿਤੇ ਵੀ ਵਾਇਲੇਟ ਹੋ ਰਹੇ ਨੇ ਤਾਂ ਜੁਡੀਸ਼ਰੀ ਨਾਲ ਦੀ ਨਾਲ ਐਕਸ਼ਨ ਲੈਂਦੀ ਹੈ। ਕੇਸ ਉੱਥੇ ਕੋਈ ਫਾਈਲ ਕਰ ਦਿਓ ਜੇ PIL ਦੀ ਫਾਰਮ ਦੇ ਵਿੱਚ, ਤਾਂ ਉਹਦੇ ਉੱਤੇ ਡਿਸੀਜਨ ਦਿੰਦੀ ਹੈ ਸੋ ਦੈਟ ਬੱਚਿਆਂ ਦੇ, ਔਰਤਾਂ ਦੇ ਜਿਹੜੇ ਇੰਟਰਸਟ ਨੇ ਉਹ ਬਚੇ ਰਹਿਣ। ਉਸ ਤੋਂ ਬਾਅਦ ਹੈ ਡੀਸੈਂਟਰਲਾਈਜ਼ ਐਡਮਿਨਿਸਟ੍ਰੇਸ਼ਨ, ਪੰਚਾਇਤੀ ਲੈਵਲ ਦਾ ਜਿਹੜਾ ਇੱਕ ਬੇਸਿਕ ਲੋਕਲ ਗਵਰਨਮੈਂਟ ਹੈ, ਜਿਹਨੂੰ ਆਪਾਂ PRIs ਕਹਿ ਦਿੰਦੇ ਆ, ਪੰਚਾਇਤੀ ਰਾਜ ਇੰਸਟੀਟਿਊਸ਼ਨਸ ਕਹਿ ਦਿੰਦੇ ਆ, ਮਿਊਨਿਸਪੈਲਿਟੀਜ਼ ਹੋ ਗਈਆਂ, ਉੱਥੇ ਵੀ ਧਿਆਨ 'ਚ ਰੱਖਿਆ ਜਾਂਦਾ ਕਿ ਵਲਨਰੇਬਲ ਸੈਕਸ਼ਨਸ ਨੇ ਜਿਹੜੇ, ਉਹਨਾਂ ਦੇ ਇੰਟਰਸਟ ਪ੍ਰੋਟੈਕਟ ਹੋਣ। ਪ੍ਰੋਪਰ ਆਪਾਂ ਦੇਖਦੇ ਹਾਂ ਪੰਚਾਇਤ ਵਿੱਚ, ਮਿਊਨਿਸਪੈਲਿਟੀਜ਼ ਦੇ ਵਿੱਚ ਕਾਫੀ ਜਗ੍ਹਾ ਤੇ ਵਿਮਨ ਦੀ ਸੀਟ ਰਿਜ਼ਰਵ ਹੁੰਦੀ ਹੈ, SC ST ਦੀ ਰਿਜ਼ਰਵ ਹੁੰਦੀ ਹੈ। ਉਸ ਤੋਂ ਬਾਅਦ ਨੈਸ਼ਨਲ ਤੇ ਸਟੇਟ ਕਮਿਸ਼ਨਸ ਬਣਾਏ ਹੋਏ ਨੇ, ਜਿਵੇਂ ਨੈਸ਼ਨਲ ਕਮਿਸ਼ਨ ਫॉर ਵਿਮਨ ਹੈ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ। ਦੈਨ ਹੋਰ ਬਹੁਤ ਸਾਰੇ ਐਡਮਿਨਿਸਟ੍ਰੇਟਿਵ ਮੈਕੈਨਿਜ਼ਮਸ ਨੇ ਜਿਹੜੇ ਮਿਲ ਕੇ ਕੰਮ ਕਰਦੇ ਨੇ, ਜਿਵੇਂ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਚੱਲਦਾ, ਰਾਸ਼ਨ ਸਿਸਟਮ ਹੈ ਗਰੀਬਾਂ ਦੇ ਲਈ, ਸਕਾਲਰਸ਼ਿਪਸ ਦਿੱਤੀਆਂ ਜਾਂਦੀਆਂ ਨੇ, ਸਬਸਿਡੀ, ਰਿਜ਼ਰਵੇਸ਼ਨ, ਸੈਂਟਰ ਦੀਆਂ, ਸਟੇਟ ਦੀਆਂ ਸਕੀਮਸ ਨੇ, ਜਿਹੜੇ ਟਾਈਮ ਟੂ ਟਾਈਮ ਜਿੰਨੇ ਵਲਨਰੇਬਲ ਸੈਕਸ਼ਨ ਨੇ, ਈਵਨ ਕੋਈ ਡਿਸੇਬਲਡ ਨੇ, ਹਰ ਕਿਸੇ ਦੇ ਇੰਟਰਸਟ ਨੂੰ ਧਿਆਨ ਰੱਖ ਕੇ ਸਰਕਾਰਾਂ ਪਾਸ ਕਰਦੀਆਂ ਰਹਿੰਦੀਆਂ ਨੇ। ਨੈਕਸਟ ਨੂੰ ਆਪਾਂ ਲਿਸਟ ਦੇਖਾਂਗੇ ਕੁਝ ਇੰਪੋਰਟੈਂਟ ਇੰਸਟੀਟਿਊਸ਼ਨਸ ਦੀ, ਮਿਨਿਸਟਰੀਜ਼ ਦੀ, ਜਿਹੜੇ ਇਸ ਸੈਕਟਰ ਨੂੰ ਲੈ ਕੇ, ਵਲਨਰੇਬਲ ਗਰੁੱਪਸ ਦੀ ਪ੍ਰੋਟੈਕਸ਼ਨ ਨੂੰ ਲੈ ਕੇ ਕੰਮ ਕਰ ਰਹੇ ਆ। ਸਭ ਤੋਂ ਪਹਿਲਾਂ ਮਿਨਿਸਟਰੀਜ਼ ਜਿਹੜੀਆਂ ਸੋਸ਼ਲ ਜਸਟਿਸ ਨੂੰ ਲੈ ਕੇ ਕੰਮ ਕਰ ਰਹੀਆਂ। ਮਿਨਿਸਟਰੀ ਆਫ ਸੋਸ਼ਲ ਜਸਟਿਸ ਐਮਪਾਵਰਮੈਂਟ ਫॉर ਡਿਵੈਲਪਮੈਂਟ ਆਫ ਨਾਰਥ ਈਸਟ ਰੀਜਨ, Labor and Employment Ministry, Law and Justice, Minority Affair, Personnel, Public Grievance Pension, Tribal Affair ਤੇ Women and Child Development। ਉਸ ਤੋਂ ਬਾਅਦ ਆਉਂਦੇ ਨੇ ਇੰਪੋਰਟੈਂਟ ਕੁਝ ਇੰਸਟੀਟਿਊਸ਼ਨਸ, ਪੇਪਰ 'ਚ ਬਹੁਤ ਵਾਰੀ ਸਟੈਟਿਕ GK ਦੇ ਅੰਦਰ ਵੀ ਇਹਨਾਂ ਦੇ ਨਾਮ ਆ ਜਾਂਦੇ ਨੇ, ਉੱਥੇ ਪਲੇਸ ਬਾਰੇ ਆਉਂਦਾ ਕਿ ਕਿਹੜਾ ਇੰਸਟੀਚਿਊਟ ਕਿੱਥੇ ਆ। ਸੋ ਸਭ ਤੋਂ ਪਹਿਲਾ ਜਿਹੜਾ ਇੰਪੋਰਟੈਂਟ ਇੰਸਟੀਚਿਊਟ ਕੰਮ ਕਰ ਰਿਹਾ ਉਹ ਹੈ ਸੋਸ਼ਲ ਡਿਫੈਂਸ ਦਾ, ਦੀਨ ਦਿਆਲ ਉਪਾਧਿਆਏ ਇੰਸਟੀਚਿਊਟ ਆਫ ਫਿਜ਼ੀਕਲੀ ਹੈਂਡੀਕੈਪਡ ਨਿਊ ਦਿੱਲੀ, National Institute for Orthopedically Handicapped Kolkata, Visually Handicapped Dehradun, Mentally Handicapped Sikandrabad, Ali Yavar Jung National Institute for Hearing Handicapped Mumbai, National Institute of Rehabilitation Training Research Cuttack, for Empowerment of Person with Multiple Disability Chennai, then Swami Vivekananda National Institute of Rehabilitation Training and Research Orissa, Indian Sign Language Research and Training Center, New Delhi, National SC Finance Development Corporation, Safai Karmchari Finance Development Corporation, Backward Class, Handicapped, Artificial Limb Manufacturing Corporation, Kanpur, Dr. Ambedkar Foundation, Babu Jagjeevan Ram Foundation। ਸੋ ਇਹ ਸਾਰੇ ਅਲੱਗ-ਅਲੱਗ ਨੈਸ਼ਨਲ ਕਮਿਸ਼ਨਸ ਨੇ ਜਿਹੜੇ ਵਲਨਰੇਬਲ ਗਰੁੱਪਸ ਦੀ ਪ੍ਰੋਟੈਕਸ਼ਨ ਲਈ ਕੰਮ ਕਰ ਰਹੇ ਨੇ। ਉਸ ਤੋਂ ਬਾਅਦ ਨੇ ਕੁਝ ਸਟੈਟੂਟਰੀ ਬਾਡੀਜ਼, ਜਿਹੜੇ ਸਟੈਟੂਟਰੀ ਬਾਡੀਜ਼ ਹੁੰਦੀਆਂ ਨੇ ਉਹ ਬਾਡੀਜ਼ ਹੁੰਦੀਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਲਾਅ ਐਕਟ ਪਾਸ ਕਰਨ ਤੋਂ ਬਾਅਦ ਬਣਾਈਆਂ ਗਈਆਂ ਨੇ। ਸੋ ਜਿਵੇਂ ਰਿਹੈਬਿਲਿਟੇਸ਼ਨ ਕਾਉਂਸਲ ਆਫ ਇੰਡੀਆ, ਚੀਫ ਕਮਿਸ਼ਨਰ ਫॉर ਪਰਸਨ ਵਿਦ ਡਿਸੇਬਿਲਿਟੀ, ਨੈਸ਼ਨਲ ਟਰਸਟ ਫॉर ਵੈਲਫੇਅਰ ਆਫ ਪਰਸਨ ਵਿਦ ਆਟਿਜ਼ਮ, cerebral palsy, mental retardation, multiple disability, NCW, New Delhi, then National Commission for Child Right Protection, Dispute Redressal Commission, then NHRC, very important, ਇਹਦੇ headquarters ਬਹੁਤ ਵਾਰੀ ਪੇਪਰ ਚ ਆਏ ਨੇ। So National Human Right Commission ਹੈ New Delhi, India। ਸੋ ਹੁਣ ਆਪਾਂ ਕੁਇਕਲੀ ਇੱਕ ਵਾਰੀ ਆਰਟੀਕਲਸ ਦੇਖ ਲੈਣੇ ਆ ਤੇ ਮੈਂ ਰਿਪੀਟ ਕਰ ਰਹੀ ਹਾਂ, ਇਹਦੇ ਵਿੱਚੋਂ ਸਿਰਫ ਔਰ ਸਿਰਫ ਤੁਸੀਂ ਇੰਨੀ ਹੀ ਚੀਜ਼ ਕਰਨੀ ਹੈ, ਕਿਹੜਾ ਆਰਟੀਕਲ ਕਿਹੜੀ ਚੀਜ਼ ਨਾਲ ਰਿਲੇਟਡ ਹੈ, ਦੈਟਸ ਇਟ। ਕੋਈ ਡੀਟੇਲ ਉਰੇ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਟੌਪਿਕ ਦੇ ਅੰਦਰ। ਸੋ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਫॉर ਵਲਨਰੇਬਲ ਸੈਕਸ਼ਨ,
ਨੰਬਰ 1 ਤੇ ਸੋਸ਼ਲ ਜਸਟਿਸ ਤੇ ਐਮਪਾਵਰਮੈਂਟ ਦੇ ਲਈ ਪ੍ਰੀਐਮਬਲ ਦੇ ਵਿੱਚ ਕਾਫੀ ਸਾਰੀ ਚੀਜ਼ਾਂ ਦੀ ਗੱਲ ਹੁੰਦੀ ਹੈ, ਇਕੁਐਲਿਟੀ ਦੀ, ਜਸਟਿਸ ਦੀ। ਦੈਨ ਆਰਟੀਕਲ 23 ਕਹਿੰਦਾ ਹਿਊਮਨ ਬੀਇੰਗਸ ਦੀ ਟ੍ਰੈਫਿਕਿੰਗ ਨਹੀਂ ਕਰ ਸਕਦੇ, ਸੇਲ ਪਰਚੇਜ਼ ਨਹੀਂ ਕਰ ਸਕਦੇ, ਕਿਸੇ ਨੂੰ ਤੁਸੀਂ ਧੱਕੇ ਨਾਲ ਲੇਬਰ ਨਹੀਂ ਕਰਵਾ ਸਕਦੇ। ਆਰਟੀਕਲ 24 ਬੱਚਿਆਂ ਦੀ ਇੰਪਲੋਇਮੈਂਟ ਨਹੀਂ ਹੋ ਸਕਦੀ, 14 ਸਾਲ ਤੋਂ ਛੋਟੇ ਕਿਸੇ ਬੱਚੇ ਦੀ ਕਿਸੇ ਵੀ ਫੈਕਟਰੀ ਜਾਂ ਫਿਰ ਹੈਜ਼ਾਰਡੀਅਸ ਡੇਂਜਰ ਕੰਮ ਦੇ ਵਿੱਚ। ਆਰਟੀਕਲ 37 application of principle contained in this part means DPSP। ਆਰਟੀਕਲ 38 ਜਿੰਨੇ ਵੀ ਲੋਕ ਨੇ ਉਹਨਾਂ ਦੀ ਵੈਲਫੇਅਰ ਕਰਨ ਦਾ ਜਿਹੜਾ ਜ਼ਿੰਮਾ ਹੈ ਉਹ ਕਿਸੇ ਵੀ ਸਰਕਾਰ ਦਾ ਹੈ। ਸੋ state to secure a social order for protection of promotion of welfare of people। ਆਰਟੀਕਲ 39 certain principles of policy to be followed by state। 39A equal justice free legal aid। ਜੇ ਕੋਈ ਗਰੀਬ ਹੈ, ਲਾਇਰ ਨਹੀਂ ਹਾਇਰ ਕਰ ਸਕਦਾ ਤਾਂ ਉੱਥੇ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹਨੂੰ ਫ੍ਰੀ ਲੀਗਲ ਏਡ ਪ੍ਰੋਵਾਈਡ ਕਰਵਾਈ ਜਾਵੇ। ਆਰਟੀਕਲ 46 ਪ੍ਰੋਮੋਸ਼ਨ ਆਫ ਐਜੂਕੇਸ਼ਨ ਇਕਨੋਮਿਕ ਇੰਟਰਸਟ ਆਫ SC ST weaker section। this article is very important for exam। ਨੈਕਸਟ ਨੇ ਜਿਹੜੇ ਸਪੈਸੀਫਿਕਲੀ ਸਿਰਫ ਸ਼ਡਿਊਲ ਕਾਸਟ ਦੇ ਨਾਲ ਰਿਲੇਟਡ ਪ੍ਰੋਵੀਜ਼ਨਸ ਨੇ, 341 ਸ਼ਡਿਊਲ ਕਾਸਟ, 366 ਦੇ ਵਿੱਚ ਇਹਦੀ ਡੈਫੀਨੇਸ਼ਨ ਹੈ। ਆਰਟੀਕਲ 17 ਸਭ ਤੋਂ ਇੰਪੋਰਟੈਂਟ ਜੋ ਪਿਛਲੇ ਸਾਲ ਵੀ ਆਇਆ ਸੀ ਡਾਇਰੈਕਟਲੀ, ਕਿਸੇ ਨਾਲ ਵੀ ਤੁਸੀਂ ਛੂਤ-ਛੂਤ ਇਸ ਟਾਈਪ ਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ, ਕਿਸੇ ਨੂੰ ਜਾਤ ਪਾਤ ਦੇ ਆਧਾਰ ਉੱਤੇ ਤੁਸੀਂ ਅਨਟੱਚੇਬਲ ਇਹ ਪ੍ਰੈਕਟਿਸ ਨਹੀਂ ਫੋਲੋ ਕਰ ਸਕਦੇ। ਸੋ ਅਬੋਲਿਸ਼ਨ ਆਫ ਅਨਟੱਚੇਬਿਲਿਟੀ। ਆਰਟੀਕਲ 25 ਹੈ ਕਿ ਹਰ ਕਿਸੇ ਨੂੰ ਆਪਣੀ ਮਰਜ਼ੀ ਨਾਲ ਆਪਣੇ ਤਰੀਕੇ ਨਾਲ ਆਪਣਾ ਧਰਮ ਹੈ ਜਿਹੜਾ ਉਹਨੂੰ ਪ੍ਰੈਕਟਿਸ ਪ੍ਰੋਫੈਸ ਪ੍ਰੋਪਾਗੇਟ ਉਹਦਾ ਪ੍ਰਚਾਰ ਕਰਨ ਦਾ ਪੂਰਾ ਹੱਕ ਹੈ, ਫਰੀडम ਹੈ, ਆਜ਼ਾਦੀ ਹੈ। एजुकेशनल इकोनॉमिक पब्लिक एम्प्लॉयमेंट राइट्स। आर्टिकल 15 किसी नाल कोई भेदभाव नहीं होगा ऑन द बेसिस ऑफ रिलीजन, रेस, कास्ट, सैक्स एंड प्लेस ऑफ बर्थ। आर्टिकल 16 ਜਦੋਂ ਵੀ ਸਰਕਾਰੀ ਨੌਕਰੀ ਦੀ ਗੱਲ ਆਉਂਦੀ ਹੈ ਤਾਂ ਉੱਥੇ ਹਰ ਕਿਸੇ ਨੂੰ ਬਰਾਬਰ ਦਾ ਹੱਕ ਮਿਲੂ, ਚਾਹੇ ਕੋਈ ਕਿਸੇ ਵੀ ਜਾਤੀ ਦਾ ਹੈ, ਧਰਮ ਦਾ ਹੈ, ਕਿਸੇ ਵੀ ਜਗ੍ਹਾ ਦਾ ਹੈ। everyone will get equal opportunity in matters of public employment। Article 46 promotion of educational economic interest of scheduled caste, scheduled tribe, weaker section। Article 320 Public Service Commission ਦੇ functions ਦੀ ਗੱਲ ਕਰਦਾ ਹੈ। Article 335 claims of scheduled caste, scheduled tribe to services and post। Then political safeguard। scheduled caste, scheduled tribe ਦੇ ਲਈ ਲੋਕ ਸਭਾ ਦੇ ਵਿੱਚ, state legislative assembly ਦੇ ਵਿੱਚ article 330 ਤੇ 332 ਦੇ ਅੰਦਰ reservation है seats ਦੀ। so this is very important for exam। article 334 60 ਸਾਲਾਂ ਬਾਅਦ ਜਿਹੜੀ reservation ਹੈ special representation ਸੀ ਉਹ ਖਤਮ ਹੋ ਜਾਣੀ ਸੀ, ਇਹਦੇ ਅੰਦਰ ਗੱਲ ਕੀਤੀ ਹੋਈ ਹੈ ਪਰ ਟਾਈਮ ਟੂ ਟਾਈਮ ਐਕਸਟੈਂਡ ਹੁੰਦੀ ਗਈ। article 243D reservation of seats in ਪੰਚਾਇਤ ਤੇ T ਦੇ ਅੰਦਰ reservation of seats in municipality। so ਉਰੇ women, SC ST ਤਿੰਨਾਂ ਦੀ reservation ਦੀ ਗੱਲ ਹੁੰਦੀ ਹੈ, ਕਿਤੇ ਕਿਤੇ ST ਦੀ ਨਹੀਂ ਹੈ but women ਦੀ reservation ਉਹ ਸਾਰੇ ਕਿਤੇ ਹੈ। so article 243D ਤੇ T ਇਹ ਦੋ articles ਕਾਫੀ important ਹੈ। ਉਸ ਤੋਂ ਬਾਅਦ ਹੈ monitoring safeguard ਦੇ ਲਈ ਇੱਕ ਏਜੰਸੀ ਬਣਾਈ ਹੈ scheduled caste ਦੇ ਲਈ, article 338 ਦੇ ਅੰਦਰ national commission for scheduled caste। then article 340 appointment of commission to investigate the condition of backward class। ਆਰਟੀਕਲ 15 ਅਗੇਨ ਕਿਸੇ ਨਾਲ ਭੇਦਭਾਵ ਨਹੀਂ ਕਰ ਸਕਦੇ, ਕੋਈ ਪਬਲਿਕ ਇੰਪਲੋਇਮੈਂਟ ਨਹੀਂ ਕਰ ਸਕਦੇ। ਆਰਟੀਕਲ 15 ਕਲੌਜ਼ 4 ਇਹ ਕਹਿੰਦਾ ਕਿ ਜਦੋਂ ਵੀ ਸਰਕਾਰ ਨੂੰ ਲੱਗੇ ਕਿ ਕਿਸੇ ਵੀ ਸੋਸ਼ਲੀ ਇਕਨੋਮਿਕਲੀ ਬੈਕਵਰਡ ਕਲਾਸ ਦੇ ਸਿਟੀਜ਼ਨ ਲਈ ਜਾਂ SC ST ਦੇ ਲਈ ਕੋਈ ਸਪੈਸ਼ਲ ਪ੍ਰੋਵੀਜ਼ਨ ਵੀ ਬਣਾਉਣੀਆਂ ਨੇ ਤਾਂ ਸਰਕਾਰ ਪੂਰੀ ਤਰ੍ਹਾਂ ਫ੍ਰੀ ਹੈ, ਬਣਾ ਸਕਦੇ ਹੈ। ਆਰਟੀਕਲ 15 ਕਲੌਜ਼ 5 ਇਹਨੂੰ ਐਡ ਕੀਤਾ ਗਿਆ ਸੀ 93rd ਅਮੈਂਡਮੈਂਟ 2005 ਵਿੱਚ। ਉਰੇ ਗੱਲ ਹੁੰਦੀ ਹੈ ਕਿ ਪ੍ਰਾਈਵੇਟ ਐਜੂਕੇਸ਼ਨਲ ਇੰਸਟੀਟਿਊਸ਼ਨ ਜਦੋਂ ਐਡਮਿਸ਼ਨ ਲੈਣੀ ਹੈ, ਏਡਡ ਅਨਏਡਡ ਕੋਈ ਇੰਸਟੀਟਿਊਸ਼ਨ ਹੈ, ਕੋਈ ਪੜ੍ਹਾਈ ਵਾਲੀ ਜਗ੍ਹਾ ਹੈ, ਉੱਥੇ ਬੈਕਵਰਡ ਕਲਾਸ SC ST ਦੇ ਲਈ ਸਰਕਾਰ ਜੇ ਚਾਹੇ ਤਾਂ ਪ੍ਰਾਈਵੇਟ ਖੇਤਰ ਵਿੱਚ ਵੀ ਪ੍ਰੋਵੀਜ਼ਨ ਲੈ ਕੇ ਆ ਸਕਦੀ ਹੈ। ਆਰਟੀਕਲ 16 clause 4 this clause allow the state to reserve vacancy in public service for any backward class of state ਜਿਹੜੀਆਂ represent ਨਹੀਂ ਕੀਤੀਆਂ ਗਈਆਂ ਪਹਿਲਾਂ ਕਿਸੇ ਵੀ ਪਬਲਿਕ ਸਰਵਿਸ ਦੇ ਵਿੱਚ। ਆਰਟੀਕਲ 16 4A implement reservation in matter of promotion of SC ST। 4B ਕੋਈ ਵੀ unfilled vacancy ਹੈ, ਕੋਈ ਸੀਟਾਂ ਖਾਲੀ ਨੇ ਜਿਨ੍ਹਾਂ ਨੂੰ backward class ਦੇ ਲਈ ਅਲੱਗ ਤੋਂ
ਪਹਿਲਾਂ ਰਿਜ਼ਰਵ ਕੀਤਾ ਗਿਆ ਸੀ। So as a separate class to vacancies not subject to a limit of 50% reservation vacancies ਭਰੀਆਂ ਜਾਣਗੀਆਂ। आर्टिकल 338 नेशनल कमीशन फॉर शेड्यूल्ड कास्ट, आर्टिकल 41 राइट टू वर्क एजुकेशन पब्लिक असिस्टेंस इन सर्टन केसेस, आर्टिकल 47 ड्यूटी ऑफ स्टेट हर किसी का लेवल ऑफ न्यूट्रिशन ਵਧਾਉਣਾ, स्टैंडर्ड ऑफ लिविंग ते पब्लिक हेल्थ इंप्रूव करना। आर्टिकल 21A 21A बहुत ज्यादा इंपॉर्टेंट है, ਇਹਦੇ ਨਾਲ ਹੀ ਰਿਲੇਟਡ ਹੈ 86 ਕਨਸਟੀਟਿਊਸ਼ਨਲ ਅਮੈਂਡਮੈਂਟ 2002 ਦੀ, ਜਿਹਦੇ ਨਾਲ ਇਸ ਆਰਟੀਕਲ ਨੂੰ ਐਡ ਕੀਤਾ ਗਿਆ। ਸੋ ਇਹਦੇ ਅੰਦਰ ਰਾਈਟ ਟੂ ਐਜੂਕੇਸ਼ਨ ਨੂੰ ਫੰਡਾਮੈਂਟਲ ਰਾਈਟ ਬਣਾਇਆ ਗਿਆ। 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਓ। ਇਹਦੀ ਜ਼ਿੰਮੇਵਾਰੀ ਹੈ ਸਰਕਾਰ ਦੀ, ਬੱਚਿਆਂ ਦੇ ਪੇਰੈਂਟਸ ਤੇ ਗਾਰਡੀਅਨ ਦੀ। ਸੋ ਇਹ ਉਰੇ ਲਿਖਿਆ ਹੋਇਆ 86 ਅਮੈਂਡਮੈਂਟ। ਆਰਟੀਕਲ 24 ਕੋਈ ਕਿਸੇ ਬੱਚੇ ਨੂੰ ਐਕਸਪਲੋਇਟ ਨਹੀਂ ਕਰ ਸਕਦਾ, ਧੱਕੇ ਨਾਲ ਕੰਮ ਨਹੀਂ ਕਰਵਾ ਸਕਦਾ। ਹੈਜ਼ਾਰਡੀਅਸ ਪ੍ਰੋਸੈਸ ਜਿਵੇਂ ਡੋਮੈਸਟਿਕ ਹੋਟਲ ਰੈਸਟੋਰੈਂਟ ਵਰਕ, ਇਹ ਸਾਰੀਆਂ ਚੀਜ਼ਾਂ ਵੀ ਹੁਣ ਇਹਦੇ ਅੰਦਰ ਆਉਂਦੀਆਂ ਨੇ। ਉਰੇ ਵੀ ਆਪਾਂ ਕੰਮ ਨਹੀਂ ਕਰਵਾ ਸਕਦੇ 14 ਸਾਲ ਤੋਂ ਛੋਟੇ ਬੱਚੇ ਨੂੰ। ਆਰਟੀਕਲ 45 urge the state to provide early childhood care and education for children up to 6 year, ਜਿਵੇਂ ਆਂਗਨਵਾੜੀ ਵਗੈਰਾ ਜਿਹੜੇ ਸਿਸਟਮ ਨੇ ਉਹਨਾਂ ਨੂੰ ਹੋਰ ਜ਼ਿਆਦਾ ਅਪਲਿਫਟ ਕਰੋ। ਦੈਨ ਔਰਤਾਂ ਦੇ ਲਈ ਜਿਹੜੇ ਜਿਹੜੇ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਨੇ ਸੈਪਰੇਟਲੀ, ਉਹਦੇ ਵਿੱਚ ਪਹਿਲਾ ਆਉਂਦਾ 15 ਕਲੌਜ਼ 3 ਸਪੈਸ਼ਲ ਪ੍ਰੋਵੀਜ਼ਨ ਵਿਮਨ ਤੇ ਚਿਲਡਰਨ ਦੇ ਲਈ ਬਣਾ ਸਕਦੀ ਹੈ ਸਰਕਾਰ। ਆਰਟੀਕਲ 23 ਫੰਡਾਮੈਂਟਲ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਫਰੈਸ਼ ਟ੍ਰੇਡ ਹੈਜ਼ ਬੀਨ ਬੈਨਡ, ensure equal pay to women for equal work, very very important। ਮੇਲ ਤੇ ਫੀਮੇਲ ਜਦੋਂ ਬਰਾਬਰ ਦਾ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਬਰਾਬਰ ਦੀ ਪੇ ਮਿਲੂਗੀ। ਆਰਟੀਕਲ 40 1/3 ਰਿਜ਼ਰਵੇਸ਼ਨ ਹੈ ਪੰਚਾਇਤ ਦੇ ਅੰਦਰ ਵਿਮਨ ਦੀ। ਆਰਟੀਕਲ 42 ਫ੍ਰੀ ਪ੍ਰੈਗਨੈਂਸੀ ਕੇਅਰ ਤੇ ਡਿਲੀਵਰੀ। ਆਰਟੀਕਲ 44 ਅਰਜ ਕਰਦਾ ਕਿ ਇੱਕ ਯੂਨੀਫਾਰਮ ਸਿਵਲ ਕੋਡ ਹੋਣਾ ਚਾਹੀਦਾ। ਇਹਦੇ ਨਾਲ ਜਿਹੜੀ ਔਰਤਾਂ ਨੇ ਉਹਨਾਂ ਦੀ ਕੰਡੀਸ਼ਨ ਪੂਰੇ ਦੇਸ਼ ਭਰ ਵਿੱਚ ਹੋਰ ਜ਼ਿਆਦਾ ਸਟਰੋਂਗ ਹੋ, ਕਿਉਂਕਿ ਔਰਤਾਂ ਨੂੰ ਦਿੱਕਤ ਆਉਂਦੀ ਹੈ ਜਦੋਂ ਗੱਲ ਆਉਂਦੀ ਹੈ ਡਿਵੋਰਸ ਦੀ, ਡਿਵੋਰਸ ਤੋਂ ਬਾਅਦ ਮੇਨਟੇਨੈਂਸ ਦੀ। ਸੋ ਉੱਥੇ ਹਰ ਕਿਸੇ ਰਿਲੀਜਨ ਦੇ ਆਪਣੇ ਕੁਝ ਲਾਜ਼ ਨੇ, ਆਪਣੇ ਕੁਝ ਅਲੱਗ ਤੋਂ ਰਿਸਟ੍ਰਿਕਸ਼ਨਸ ਨੇ। ਸੋ ਜੇ ਯੂਨੀਫਾਰਮ ਸਿਵਲ ਕੋਡ ਹੋਊਗਾ ਤਾਂ ਔਰਤਾਂ ਨੂੰ ਬਰਾਬਰ ਦੇ ਇਕੁਅਲ ਪੂਰੇ ਇੰਡੀਆ ਲੈਵਲ ਦੇ ਉੱਤੇ ਇੱਕ ਕੰਬਾਈਨਡ ਇੱਕ ਯੂਨੀਫਾਈਡ ਤਰੀਕੇ ਦੇ ਲਾਜ਼ ਦੇ ਅੰਦਰ ਰੱਖਿਆ ਜਾਊਗਾ ਤੇ ਉਹਨਾਂ ਨੂੰ ਉਸੇ ਟਾਈਪ ਦੀ ਪ੍ਰੋਟੈਕਸ਼ਨ ਮਿਲੂਗੀ। ਉਸ ਤੋਂ ਬਾਅਦ ਕੁਝ ਜਨਰਲ ਪ੍ਰੋਵੀਜ਼ਨ ਨੇ ਆਰਟੀਕਲ 12 ਜਿਹਦੇ ਅੰਦਰ ਡੈਫੀਨੇਸ਼ਨ ਹੈ ਤੇ ਪਾਰਟ 3 ਫੰਡਾਮੈਂਟਲ ਰਾਈਟਸ। ਆਰਟੀਕਲ 36 ਡੈਫੀਨੇਸ਼ਨ, ਪਾਰਟ 4 ਡੀਪੀਐਸਪੀ ਨਾਲ ਡੀਲ ਕਰਦੇ ਆ। Then Article 246 subject matter of laws made by Parliament and by legislature of state। 73 executive union ਜਿਹੜਾ ਯੂਨੀਅਨ ਪਾਵਰ ਹੈ ਯੂਨੀਅਨ ਦੀ ਉਹ ਕਿੱਥੇ ਤੱਕ ਜਾਂਦੀ ਹੈ। then state ਦੀ executive power ਕਿੱਥੇ ਤੱਕ ਜਾਂਦੀ ਹੈ। ਆਰਟੀਕਲ 162 243G ਇਹਦੇ ਅੰਦਰ ਪੰਚਾਇਤ ਦੀ ਕੀ ਜ਼ਿੰਮੇਵਾਰੀ ਹੈ, ਕੀ ਪਾਵਰ ਹੈ, ਕੀ ਅਥਾਰਟੀ ਹੈ, ਉਹਦੀ ਗੱਲ ਹੁੰਦੀ ਹੈ। 243W ਦੇ ਅੰਦਰ ਮਿਊਨਿਸਪੈਲਿਟੀ ਦੀ ਪਾਵਰ ਦੀ ਗੱਲ ਹੁੰਦੀ ਹੈ। 7 ਸ਼ਡਿਊਲ ਹੈ ਜਿਹੜਾ ਆਰਟੀਕਲ 246 ਨਾਲ ਰਿਲੇਟਡ ਹੈ। ਸੋ ਇਹਦੇ ਅੰਦਰ ਤਿੰਨ ਲਿਸਟਾਂ ਨੇ, ਅਲੱਗ-ਅਲੱਗ ਲਿਸਟ ਦੀਆਂ ਅਲੱਗ-ਅਲੱਗ ਐਂਟਰੀਜ਼, ਵਿਮਨ, ਚਿਲਡਰਨ, ਇਹਨਾਂ ਸਾਰਿਆਂ ਦੇ ਲਈ ਗੱਲ ਕਰਦੀਆਂ ਨੇ। ਸੋ ਇਹ ਸਾਰੇ ਨੰਬਰਸ ਨੇ। 11ਵਾਂ ਸ਼ਡਿਊਲ ਹੈ ਜਿਹੜਾ ਇਹ ਡੀਲ ਕਰਦਾ ਪੰਚਾਇਤ ਨਾਲ, ਉਰੇ ਪੰਚਾਇਤ ਦੀ ਜਿਹੜੀ ਆਪਣੇ ਪਾਵਰ ਦੀ ਗੱਲ ਕਰਦੇ ਆ ਉਹਦੀ ਗੱਲ ਹੁੰਦੀ ਹੈ। 12ਵਾਂ ਸ਼ਡਿਊਲ 243W ਗੱਲ ਕਰਦਾ ਕਿ ਮਿਊਨਿਸਪੈਲਿਟੀਜ਼ ਦੀ ਕੀ ਜ਼ਿੰਮੇਵਾਰੀ ਹੈ। ਸੋ ਲਾਸਟ ਤੇ ਹੁਣ ਆਪਾਂ ਗੱਲ ਕਰਾਂਗੇ ਸਟੈਚੂਟਰੀ ਪ੍ਰੋਵੀਜ਼ਨਸ ਦੀ। ਜਿਹੜੀਆਂ ਪ੍ਰੋਵੀਜ਼ਨਸ ਨੇ ਇਹਨਾਂ ਦੇ ਨਾਲ ਰਿਲੇਟਡ ਐਮਸੀਕਿਊਜ਼ ਆਪਾਂ ਨੈਕਸਟ ਲੈਕਚਰ ਅੰਦਰ ਕਵਰ ਕਰਾਂਗੇ। ਅੱਜ ਮੈਂ ਤੁਹਾਨੂੰ ਸਿਰਫ ਇੱਕ ਲਿਸਟ ਦੱਸ ਰਹੀ ਹਾਂ ਸੋ ਦੈਟ ਇੱਕ ਲਿੰਕ ਦੇ ਨਾਲ ਤੁਹਾਡੇ ਪੂਰਾ ਦਾ ਪੂਰਾ ਲੈਕਚਰ ਤਿਆਰ ਹੋ ਜਾਵੇ, ਥਿਊਰੀ ਦਾ ਜਿਹੜਾ ਲੈਕਚਰ ਹੈ ਉਹ ਤੁਹਾਡਾ ਕੰਪਲੀਟ ਹੋ ਜਾਵੇ। ਸੋ ਸਭ ਤੋਂ ਪਹਿਲਾ ਹੈ ਪੀਸੀਆਰ ਐਕਟ 1955 ਦਾ। ਹੁਣ ਪੇਪਰ ਲਈ ਜਿਹੜੇ ਇਹ ਐਕਟ ਨੇ ਨੰਬਰ 1 ਤੇ ਤਾਂ ਤੁਹਾਨੂੰ ਇਹਨਾਂ ਦਾ ਪੂਰਾ ਨਾਮ ਤੇ ਈਅਰ, ਇਹ ਦੋ ਚੀਜ਼ਾਂ ਟਿਪਸ ਤੇ ਹੋਣੀਆਂ ਚਾਹੀਦੀਆਂ ਨੇ। ਸਾਲ ਤੁਹਾਨੂੰ ਉੱਥੇ ਇਹਨਾਂ ਚੋਂ ਕਿਸੇ ਵੀ ਐਕਟ ਦਾ ਪੁੱਛਿਆ ਜਾ ਸਕਦਾ ਹੈ। ਸੋ ਪ੍ਰੋਟੈਕਸ਼ਨ ਆਫ ਸਿਵਲ ਰਾਈਟ ਐਕਟ 1955, then schedule का schedule tribe prevention of atrocities act 1989 very very important। ਜਿਹੜਾ ਪਹਿਲਾ ਐਕਟ ਹੈ ਸਿਰਫ ਐਸਸੀ ਦੇ ਲਈ ਹੈ, ਦੂਜਾ ਐਕਟ ਹੈ ਐਸਸੀ ਤੇ ਐਸਟੀ ਦੋਨਾਂ ਲਈ। ਅਗਲਾ ਹੈ 1993 ਦਾ ਨੈਸ਼ਨਲ ਕਮਿਸ਼ਨ ਫॉर ਬੈਕਵਰਡ ਕਲਾਸਿਸ ਐਕਟ ਫॉर ਬੈਕਵਰਡ ਕਲਾਸਿਸ। 1990 ਦਾ ਨੈਸ਼ਨਲ ਕਮਿਸ਼ਨ ਫॉर ਵਿਮਨ ਐਕਟ। 1995 ਦਾ very important person with disability equal opportunity protection of rights and full participation act। ਅਗਲਾ ਹੈ ਸੋਸ਼ਲ ਡਿਫੈਂਸ ਦੇ ਲਈ
मेंटेनेंस एंड वेलफेयर ऑफ पेरेंट्स एंड सीनियर सिटीजन एक्ट 2007, डाउरी प्रिवेंशन एक्ट है 1961 ਦਾ, प्रोटेक्शन ऑफ विमेन फ्रॉम डोमेस्टिक वायलेंस एक्ट 2005 ਦਾ, एमटीपी एक्ट है, इमोरल ट्रैफिक प्रिवेंशन एक्ट है, जुवेनाइल जस्टिस एक्ट, सैक्शुअल हरासमेंट ऑफ विमेन एट वर्कप्लेस, वेरी वेरी इंपॉर्टेंट, इनू विशाखा गाइडलाइंस तो बाद पास किया गया सी। इंडिसेंट रिप्रेजेंटेशन ऑफ विमेन प्रोहिबिशन एक्ट, देन पॉक्सो एक्ट अनदर इंपॉर्टेंट जिहदे चो पिछले वारी बहुत सारे क्वेश्चन आए सी सब इंस्पैक्टर एग्जाम, देन प्रोहिबिशन ऑफ चाइल्ड मैरिज एक्ट 2006 ਤੇ ਲਾਸਟ ਹੈ ਕਮਿਸ਼ਨ ਫॉर ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਐਕਟ 2005। ਸੋ ਦੈਟਸ ਆਲ ਫॉर ਟੁਡੇਜ਼ ਇੰਪੋਰਟੈਂਟ ਸੈਸ਼ਨ। ਨੋਟਸ ਤੁਹਾਡੇ ਕੋਲ ਨੇ, ਉਹਨਾਂ ਨੂੰ ਰਿਵਾਈਜ਼ ਜ਼ਰੂਰ ਕਰਨਾ ਹੈ। ਕੰਬਾਈਨਡ ਨੋਟਸ ਨੇ ਜਿਹੜੇ ਅਵੇਅਰਨੈਸ, ਲੀਗਲ ਰੀਜ਼ਨਿੰਗ ਵਿਦ ਕਰੰਟ ਲੀਗਲ ਡਿਵੈਲਪਮੈਂਟ। ਸੋ ਜਦੋਂ ਤੁਸੀਂ ਨੋਟਸ ਕਰ ਲਏ ਤੇ ਜਿੰਨੇ ਵੀ ਸਾਰੇ ਲੀਗਲ ਰੀਜ਼ਨਿੰਗ ਪਲੱਸ ਅਵੇਅਰਨੈਸ ਦੇ ਲੈਕਚਰ ਕੰਪਲੀਟ ਹੋ ਗਏ, ਤੁਹਾਡਾ ਜਿਹੜਾ ਲੀਗਲ ਵਾਲਾ ਪਾਰਟ ਹੈ ਸਬ ਇੰਸਪੈਕਟਰ ਐਗਜ਼ਾਮ ਦੇ ਲਈ ਉਹ ਬਹੁਤ ਸਟਰੋਂਗਲੀ ਤਿਆਰ ਹੋ ਜੂ।